ਪੰਜਾਬੀ ਕਲਮਾ.com ਦੇ ਸਾਰੇ ਦਰਸ਼ਕਾਂ ਨੂੰ ਕਮਲਜੀਤ ਹੰਦ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਨਮਸਕਾਰ, अस्सलाम वालेकुम। ਅੱਜ ਸਾਡੇ ਸਟੂਡੀਓ ਵਿੱਚ ਇੱਕ ਬਹੁਤ ਪੱਖੀ ਸ਼ਖਸੀਅਤ ਆਏ ਹਨ ਜਿਹੜੇ ਗੀਤਕਾਰ, ਸੰਗੀਤਕਾਰ ਅਤੇ ਗਾਇਕ ਕਲਾਕਾਰ ਹਨ ਜਿਹੜੇ ਆਪਣੇ ਗੀਤ ਆਪ ਹੀ ਘੜਦੇ ਹਨ ਅਤੇ ਆਪਣੀ ਆਵਾਜ਼ ਵਿੱਚ ਸ਼ਿੰਗਾਰਦੇ ਹਨ, ਜਿਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਲਈ ਦਰਦ ਹੈ, ਜਿਨ੍ਹਾਂ ਦੇ ਗੀਤ ਪੰਜਾਬ ਅਤੇ ਸਿੱਖਾਂ ਨਾਲ ਹੋ ਰਹੇ ਧੱਕਿਆਂ, ਬੇਇਨਸਾਫੀਆਂ ਬਾਰੇ ਉਹਨਾਂ ਖੁੱਲ੍ਹ ਕੇ ਲਿਖਿਆ ਅਤੇ ਗਾਇਆ, ਜਿਨ੍ਹਾਂ ਦੇ ਗੀਤਾਂ ਦਾ ਵਿਸ਼ਾ ਸਮਾਜ ਸੁਧਾਰ ਅਤੇ ਸੱਚਾਈ ਨਾਲ ਲਬਰੇਜ਼ ਹੁੰਦਾ ਹੈ, ਜਿਨ੍ਹਾਂ ਦੇ ਗੀਤਾਂ ਨੂੰ YouTube ਉੱਪਰ ਸਿਰਫ 4 ਮਹੀਨਿਆਂ ਵਿੱਚ 1 ਮਿਲੀਅਨ ਤੋਂ ਉੱਪਰ ਲੋਕਾਂ ਨੇ ਦੇਖਿਆ ਅਤੇ ਸੁਣਿਆ। ਸਿੰਘ ਪੰਜਾਬੀ, ਕਿੰਗ ਪੰਜਾਬੀ, ਵੱਡੀਆਂ ਵੱਡੀਆਂ ਮੱਲਾਂ ਗਏ ਨੇ ਮਾਰ ਪੰਜਾਬੀ, ਕਿੱਡੀਆਂ ਵੱਡੀਆਂ ਮੱਲਾਂ ਗਏ ਨੇ ਮਾਰ ਪੰਜਾਬੀ, ਦੇਸ਼ ਦੀ ਕੁਰਸੀ ਬੈਠਾ ਓਏ ਸਰਦਾਰ ਪੰਜਾਬੀ, ਪੰਜਾਬੀ ਮੁਲਕ ਦੀ ਕੁਰਸੀ ਬੈਠਾ ਦੂਜੀ ਮਾਰ ਪੰਜਾਬੀ, ਸਰਦਾਰ ਪੰਜਾਬੀ, ਸਰਦਾਰ ਪੰਜਾਬੀ। ਜਿਸ ਇਨਸਾਫ ਨੂੰ ਢੀਕਦੀਆਂ ਬੁੱਢੀਆਂ ਹੋਈਆਂ ਮਾਵਾਂ, ਦੱਸੋ ਲੋਕੋ ਇਹਨਾਂ ਦਾ ਮੈਂ ਕਿੱਦਾਂ ਦਰਦ ਵਡਾਵਾਂ। ਮੇਰੀ ਮੁਰਾਦ ਹੈ ਗੁਰਮਿੰਦਰ ਗੁਰੀ ਜੀ ਤੋਂ। ਗੁਰਮਿੰਦਰ ਗੁਰੀ ਜੀ, ਤੁਹਾਡਾ ਵੈਲਕਮ ਸਾਡੇ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰੇ ਟੀਵੀ ਚੈਨਲ ਵੇਖਣ ਵਾਲਿਆਂ ਨੂੰ, ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਤੇ ਪਰਦੇਸੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਪੂਰਾ ਨਾਂ ਕੀ ਆ? ਮੇਰਾ ਨਾਂ ਜੀ ਗੁਰਮਿੰਦਰ ਸਿੰਘ ਤੇ ਜਿਹੜਾ ਲਾਸਟ ਨੇਮ ਆ ਉਹ ਪਨੈਚ ਆ, ਤੇ ਮੈਂ ਇੱਕ ਗੁਰਸਿੱਖ ਜੱਟ ਸਿੱਖ ਪਰਿਵਾਰ ਦੇ ਵਿੱਚ ਮੇਰਾ ਜਨਮ ਹੋਇਆ। ਸਾਨੂੰ ਬੈਕਗ੍ਰਾਉਂਡ ਦੱਸੋਗੇ ਕਿ ਆਪਣੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਤੁਸੀਂ ਬਿਲੋਂਗ ਕਰਦੇ ਹੈਗੇ? ਹਾਂਜੀ, ਪੰਜਾਬ ਦੇ ਡਿਸਟ੍ਰਿਕਟ ਲੁਧਿਆਣਾ ਜੀ, ਹਾਂਜੀ। ਤੇ ਸਾਹਨੇਵਾਲ ਕੋ ਜੋ ਆਪਣੇ ਧਰਵਿੰਦਰ ਭਾਜੀ ਦਾ ਪਿੰਡ ਆ, ਉਹਦੇ ਕੋਲ ਮੇਰਾ ਪਿੰਡ ਆ ਦਬੁਰਜੀ। ਠੀਕ ਹੈ ਜੀ। ਤੇ ਤੁਸੀਂ ਲਿਖਦੇ ਵੀ ਹੋ ਤੇ ਗਾਉਂਦੇ ਵੀ ਹੋ। ਤੁਸੀਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਕਿ ਪਹਿਲਾਂ ਗਾਉਣਾ ਸ਼ੁਰੂ ਕੀਤਾ ਸੀ? ਨਹੀਂ, ਮੈਂ ਜੀ ਲਿਖਦਾ। ਅੱਛਾ। ਪਹਿਲਾਂ ਜਿੱਦਾਂ ਵੀ ਮੈਨੂੰ ਜੋ ਮੇਰੀ ਹੌਬੀ ਆ ਲਿਖਣਾ, ਹਾਂਜੀ, ਮੈਂ ਲਿਖਣਾ ਸ਼ੁਰੂ ਕੀਤਾ। ਠੀਕ ਹੈ। ਤੇ ਫਿਰ ਮੈਂ ਆਪਦੇ ਗੀਤਾਂ ਨੂੰ, ਜਿੱਦਾਂ ਦੇ ਮੇਰੇ ਗੀਤ ਆ, ਤੇ ਫਿਰ ਮੈਂ ਆਪ ਹੀ ਲਿਖ ਕੇ ਉਹਨਾਂ ਨੂੰ ਆਵਾਜ਼ ਦਿੱਤੀ। ਗੁਰੂ ਸਾਹਿਬ, ਤੁਸੀਂ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ ਜੀ? ਮੈਂ ਵੈਸੇ ਮੈਨੂੰ ਜਿਹੜਾ ਸ਼ੌਂਕ ਸੀ ਉਹ ਤਾਂ ਮੈਂ ਜਦੋਂ 10ਵੀਂ 11ਵੀਂ 'ਚ ਪੜ੍ਹਦਾ ਸੀ ਉਦੋਂ ਦਾ ਵਾ। ਹਾਂਜੀ। ਤੇ ਜਾਣੀ ਕਿ ਮੈਂ ਲਿਖ ਹੀ ਗਿਆ ਜੀ, ਜਦੋਂ ਵੀ ਮੈਨੂੰ ਟਾਈਮ ਮਿਲਿਆ ਤਾਂ ਮੈਂ ਗੀਤ ਲਿਖਿਆ। ਜਦੋਂ ਵੀ ਮੈਂ ਸਮਾਜ ਦੀ ਕਿਤੇ ਮੈਨੂੰ ਕੋਈ ਤਰੁੱਟੀ, ਕਿਤੇ ਮੇਰੇ ਮਨ ਨੇ ਕੁਛ ਵੀ ਜੋ ਮੈਨੂੰ ਚੰਗਾ ਲੱਗਿਆ ਉਹਨੂੰ ਮੈਂ ਲਿਖਿਆ। ਜੋ ਮੇਰੇ ਮਨ ਨੂੰ ਚੰਗੀ ਲੱਗਦੀ ਚੀਜ਼ ਮੈਂ ਉਹਨੂੰ ਲਿਖਦਾ, ਜਦ ਕਿ ਮੈਂ ਨਾ ਕਿਸੇ ਦੇ ਕਹਿ 'ਤੇ ਲਿਖਦਾ, ਮਤਲਬ ਹਕੀਕਤ ਲਿਖਦਾ ਮੈਂ। ਗੁਰੂ ਸਾਹਿਬ, ਤੁਸੀਂ ਆਮ ਗੀਤਕਾਰਾਂ ਅਤੇ ਗਾਇਕ ਕਲਾਕਾਰਾਂ ਨਾਲੋਂ ਹਟ ਕੇ ਲਿਖਿਆ ਤੇ ਗਾਇਆ। ਤੁਹਾਡੇ ਗੀਤਾਂ ਦਾ ਵਿਸ਼ਾ ਸਮਾਜ ਸੁਧਾਰ ਦਾ ਵਿਸ਼ਾ, ਤੁਸੀਂ ਇਹ ਵਿਸ਼ਾ ਕਿਉਂ ਚੁਣਿਆ? ਦੇਖੋ ਜੀ, ਹਰੇਕ ਬੰਦੇ ਦੀ ਸੋਚ ਤਾਂ ਆਪਣੀ ਆਪਣੀ ਹੈ ਨਾ। ਹਾਂਜੀ। ਤੇ ਜਿੱਦਾਂ ਮੇਰੀ ਸੋਚ ਆ, ਮੇਰੀ ਸੋਚ ਇੱਕ ਇਨਕਲਾਬੀ ਲਾ ਲਓ, ਹਾਂਜੀ, ਜਾਂ ਮਤਲਬ ਜਨੂਨ, ਮੇਰੀ ਜਿਹੜੀ ਕਲਮ ਆ, ਹਾਂਜੀ, ਵੀ ਮੇਰੀ ਸੋਚ ਹੀ ਇਦਾਂ ਦੀ ਆ। ਠੀਕ ਹੈ। ਕਿ ਮੈਂ ਨਾ ਤਾਂ ਕਿਸੇ ਨਾਲ ਧੱਕਾ ਕਰ ਸਕਦਾ ਤੇ ਨਾ ਮੈਂ ਹੁੰਦਾ ਵੇਖ ਸਕਦਾ। ਠੀਕ ਹੈ। ਵੀ ਮੈਂ ਆਪਣੇ ਪੰਜਾਬ ਦੇ ਹਾਲਾਤਾਂ ਨੂੰ, ਮੇਰੇ ਪੰਜਾਬੀ ਸੱਭਿਆਚਾਰ ਦੀਆਂ ਤਰੁੱਟੀਆਂ ਨੂੰ, ਮੇਰੇ ਪੰਜਾਬ ਦੇ ਜਿਹੜੇ ਗਰੀਬ ਲੋਕ ਨੇ, ਮੇਰੇ ਪੰਜਾਬ ਦੇ ਸਾਡੇ ਜੱਟ ਸਿੱਖ ਭਾਈਚਾਰਾ, ਜੋ ਵੀ ਸਾਡੀ ਜ਼ਿੰਦਗੀ ਦੇ ਨਾਲ ਅੱਜ ਧੱਕਾ ਹੋ ਰਿਹਾ, ਹਾਂਜੀ, ਮੇਰੇ ਪੰਜਾਬ ਨਾਲ, ਮੇਰੇ ਪਰਦੇਸੀ ਵੀਰਾਂ ਨਾਲ, ਮੇਰੇ ਉਹ ਜਿਹੜੇ ਉਹ ਪੰਜਾਬ ਦੇ ਵਿੱਚ ਉਹ ਲੋਕ ਆ ਜਿਨ੍ਹਾਂ ਦੇ ਰੋਟੀ ਵੀ ਮਸਾਂ ਪੱਕਦੀ ਆ। ਬਿਲਕੁਲ ਜੀ। ਮਤਲਬ ਮੈਂ ਹਰ ਇੱਕ ਪੰਜਾਬ ਦੀ, ਹਰ ਇੱਕ ਪੰਜਾਬੀ ਸੱਭਿਆਚਾਰ ਦੀ ਉਸ ਦੁੱਖ ਦੀ ਰਗ ਨੂੰ ਫੜ ਕੇ ਗਾਇਆ। ਜਿੱਦਾਂ ਇਨਸਾਫ 84 ਦਾ, ਜੋ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਹਾਂਜੀ। ਤੇ ਮੈਂ ਉਹ ਗਰੀਬ ਪਰਿਵਾਰਾਂ ਨੂੰ ਗਾਇਆ ਜਿਨ੍ਹਾਂ ਨੂੰ ਅੱਜ ਤੱਕ ਜਿਹੜੇ ਰੋਟੀ, ਜਿਹਨੂੰ ਆਪਾਂ ਕਹਦੇ ਵੀ ਹੱਕ ਦੀ ਰੋਟੀ ਖਾਂਦੇ ਆ। ਹਾਂਜੀ। ਹੱਕ ਦੀ ਰੋਟੀ ਤਾਂ ਸਾਡਾ ਪੰਜਾਬੀ ਸੱਭਿਆਚਾਰ, ਮਤਲਬ ਪੰਜਾਬੀ ਭਾਈਚਾਰਾ ਸਾਰਾ ਹੀ ਖਾਂਦਾ, ਪਰ ਕਈ ਲੋਕ ਨਹੀਂ ਖਾਂਦੇ।
ਮਤਲਬ ਭਾਜੀ ਮੈਂ ਹਰ ਇੱਕ ਚੀਜ਼ ਨੂੰ ਲੈ ਕੇ ਗਿਆ। ਸਾਡੇ ਪੰਜਾਬ ਦੇ ਪਾਣੀਆਂ ਨੂੰ, ਸਾਡੀ ਸਰਕਾਰ ਦੇ ਹਾਲਾਤ ਦੱਸੇ, ਮੇਰੇ ਪੰਜਾਬ ਦੇ ਤੇ ਅੱਜ ਦੇ ਪੰਜਾਬ ਦੇ ਵਿੱਚ ਡਿਫਰੈਂਟ ਦੱਸਿਆ। ਹਾਂਜੀ, ਵੀ ਉਦੋਂ ਕਿੱਦਾਂ ਸੀ, ਅੱਜ ਕਿੱਦਾਂ ਸੀ। ਦੇਖੋ ਜੀ, ਤੁਹਾਡੀਆਂ ਕਿੰਨੀਆਂ ਐਲਬਮਸ? ਮੇਰੀਆਂ 2 ਐਲਬਮਾਂ ਆਈਆਂ ਨੇ ਜੀ। ਹਾਂਜੀ। ਇੱਕ ਪਹਿਲੀ ਐਲਬਮ ਮੇਰੀ 1.5 ਸਾਲ ਪਹਿਲਾਂ ਆਈ ਸੀ, ਦਿਲ ਦੇ ਨਹੀਂ ਮਾੜੇ। ਹਾਂਜੀ। ਤੇ ਇੱਕ ਇਹ ਐਲਬਮ ਮੇਰੀ 4 ਮਹੀਨੇ ਪਹਿਲਾਂ ਆਈ ਹੈ, ਇਹਦਾ ਨਾਂ ਹੈਗਾ ਕਿੰਗ ਪੰਜਾਬੀ, ਜਿਹੜੀ ਕਿ ਸਾਡੇ ਬਿਲਕੁਲ ਪੰਜਾਬ ਦੀਆਂ, ਪੰਜਾਬੀ ਭਾਈਚਾਰੇ ਦੀਆਂ ਸਾਰੀਆਂ ਤਰੁੱਟੀਆਂ ਤੇ ਲਿਖੀ ਹੋਈ ਹੈ। ਹਾਂਜੀ। ਲਿਖ ਕੇ ਮਤਲਬ ਸਾਰੇ ਜਿਹੜੇ ਗੀਤ ਆ ਉਹ ਮਤਲਬ ਹਰੇਕ ਚੀਜ਼ ਹੈ। ਤੇ ਨਸ਼ਿਆਂ ਤੇ ਆ, ਮੇਰੀ ਸਾਡੀਆਂ ਧੀਆਂ ਭੈਣਾਂ ਜੋ ਕੁੱਖਾਂ ਦੇ ਵਿੱਚ ਮਾਰਦੇ ਆ, ਹਾਂਜੀ, ਮਤਲਬ ਹਰੇਕ ਚੀਜ਼ ਨੂੰ ਮੇਰੇ ਸੀਗਾ। ਤੁਹਾਨੂੰ ਬੋਲ ਸੁਣਾਉਣਾ ਮੈਂ ਗੀਤ ਦੇ। ਹਾਂਜੀ। ਵੀ ਮੰਗਿਆ ਸਭ ਕੁਝ ਮਿਲ ਜਾਂਦਾ ਜੇ ਕੋਈ ਮੋੜਨ ਵਾਲਾ ਹੋਵੇ, ਹਾਂਜੀ। ਟੁੱਟ ਪੱਥਰ ਵੀ ਜਾਂਦਾ ਜੇ ਕੋਈ ਤੋੜਨ ਵਾਲਾ ਹੋਵੇ। ਬਿਲਕੁਲ। ਲੋਕੀ ਤਰਸਦੇ ਪੁੱਤਾਂ ਨੂੰ ਜੇ ਧੀ ਨਾ ਕੋਈ ਜੰਮਦਾ, ਕੌਣ ਕਹਿੰਦੀ ਵੀਰ ਮੇਰਾ, ਕੌਣ ਕੀ ਦੇ ਰੱਖੜੀ ਬੰਨਦਾ। ਹੋ ਰੱਬ ਆਪੇ ਮਿਲ ਜਾਂਦਾ ਜੇ ਹੱਥ ਜੋੜਨ ਵਾਲਾ ਹੋਵੇ, ਮੰਗਿਆ ਸਭ ਕੁਝ ਮਿਲ ਜਾਂਦਾ ਜੇ ਕੋਈ ਮੋੜਨ ਵਾਲਾ ਹੋਵੇ, ਮੰਗਿਆ ਸਭ ਕੁਝ ਮਿਲ ਜਾਂਦਾ ਜੇ ਕੋਈ ਮੋੜਨ ਵਾਲਾ ਹੋਵੇ। ਪਰਮਾਤਮਾ ਸਭ ਕੁਝ ਦੇ ਦਿੰਦਾ, ਕਿਸੇ ਤੋਂ ਚੀਜ਼ ਮੰਗੀ ਉਧਾਰੀ ਮਿਲ ਜਾਂਦੀ ਆ, ਪਰ ਉਹਨੂੰ ਪਤਾ ਹੋਣਾ ਚਾਹੀਦਾ ਬੰਦਾ ਮੋੜ ਸਕਦਾ। ਗੁਰੂ ਸਾਹਿਬ, ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ੇ ਘੁਣ ਵਾਂਗ ਚੁੰਬੜ ਗਏ। ਅੱਜ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਵਿੱਚ 6ਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ, ਤੇ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਹਾਰਡ ਲਿਕਰ ਪੀਤੀ ਜਾ ਰਹੀ ਹੈ। ਇਸ ਬਾਰੇ ਵੀ ਤੁਸੀਂ ਕੁਝ ਲਿਖਿਆ ਤੇ ਗਾਇਆ? ਹਾਂਜੀ, ਮੈਂ ਲਿਖਿਆ ਸੀ। ਜਦੋਂ ਮੈਂ 84 ਵਾਲਾ ਗੀਤ ਲਿਖਿਆ, ਮੈਂ ਉਹਦੇ ਵਿੱਚ ਇਹ ਵਿਸ਼ਾ ਵੀ ਦਿੱਤਾ ਸੀ ਵੀ ਕਿੱਥੋਂ ਮੇਰਾ ਪੰਜਾਬ ਭਈਆਂ ਨੇ ਲੱਭ ਲਿਆ, ਰਹਿੰਦਾ ਖੂੰਦਾ ਬਚਦਾ ਨਸ਼ਿਆਂ ਨੇ ਦੱਬ ਲਿਆ, ਹੋਇਆ ਬੁਰਾ ਹਾਲ ਪੁੱਤ ਰੱਬ ਤੋਂ ਮੰਗਿਆਂ ਦਾ, ਸਾਨੂੰ ਚਾਹੀਦਾ ਇਨਸਾਫ 84 ਵਾਲੇ ਦੰਗਿਆਂ ਦਾ। ਵੀ ਜਿਹੜੇ ਮਾਪਿਆਂ ਨੇ ਰੱਬ ਤੋਂ ਮੰਗ ਕੇ ਅਰਦਾਸਾਂ ਕਰ ਕਰਕੇ ਗੁਰੂ ਤੋਂ ਪੁੱਤ ਲਏ, ਤੇ ਉਹੀ ਪੁੱਤ ਜਦੋਂ ਵੱਡੇ ਹੋ ਗਏ ਤੇ ਨਸ਼ਿਆਂ 'ਚ ਪੈ ਗਏ। ਬਿਲਕੁਲ। ਅੱਜ ਉਹਨਾਂ ਦਾ ਬੁਰਾ ਹਾਲ ਹੋ ਗਿਆ। ਵੀ ਹੋਇਆ ਬੁਰਾ ਹਾਲ ਪੁੱਤ ਰੱਬ ਤੋਂ ਮੰਗਿਆਂ ਦਾ। ਵੀ ਬੜੀ, ਮੈਂ ਇੱਕ ਗੀਤ ਆ ਮੇਰਾ, ਬੜਾ ਲੋਕ ਮਤਲਬ ਲਾਈਕ ਕਰਦੇ ਆ। ਉਹਦੇ ਵਿੱਚ ਆ ਵੀ ਜਦੋਂ ਬੱਚਾ ਵੱਡਾ ਹੋ ਜਾਂਦਾ, ਹਾਂਜੀ, ਤਾਂ ਆਪਦੇ ਮਾਂ ਪਿਓ ਨੂੰ ਘਰੋਂ ਕੱਢਦਾ, ਲੜਦਾ, ਧੱਕੇ ਨਾਲ ਪੈਸੇ ਮੰਗਦਾ, ਰਾਈਟ। ਹਾਂਜੀ। ਤਾਂ ਫਿਰ ਬਾਪੂ ਪੁੱਤ ਤੋਂ ਦੁਖੀ ਹੋ ਕੇ ਰੱਬ ਨੂੰ ਅਰਦਾਸ ਕਰਦਾ ਵੀ ਰੱਬਾ, ਮੈਨੂੰ ਜਦੋਂ ਮੈਂ ਅਰਦਾਸ ਕਰਕੇ ਤੇ ਤੋਂ ਪੁੱਤ ਮੰਗਿਆ ਸੀ, ਮੈਂ ਇਹ ਕਿਹਾ ਸੀ ਵੀ ਭਾਵੇਂ ਇੱਕ ਦੇ ਦੀ, ਪਰ ਉਹ ਨੇਕ ਹੋਵੇ। ਬਿਲਕੁਲ ਜੀ। ਕਹਿੰਦਾ ਜਿਹੜਾ ਪਿਓ ਨੂੰ ਪਿਓ ਨਹੀਂ ਮੰਨ ਰਿਹਾ, ਉਹਦਾ ਨਸ਼ਿਆਂ ਦੇ ਵਿੱਚ ਤਨ ਰਿਹਾ, ਹੋਵੇ ਏਕ ਹੋਵੇ ਨੇਕ ਦਾਤਾ, ਇਹੋ ਦਾ ਤੇਰੇ ਕੋਲੋਂ ਮੰਗੀ ਸੀ, ਇਹੋ ਜੇ ਪੁੱਤ ਤੋਂ ਕੀ ਲੈਣਾ ਰੱਬਾ, ਧੀ ਦਿੰਦਾ ਤਾਂ ਚੰਗੀ ਸੀ। ਹੁਣ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਤੇ ਬਿਜੀ ਰਹਿੰਦੇ ਹਾਂ, ਬੱਚਿਆਂ ਵੱਲ ਘੱਟ ਧਿਆਨ ਜਾਂਦਾ, ਬੱਚਾ ਬਾਹਰ ਗਲਤ ਸੁਸਾਇਟੀਆਂ ਵਿੱਚ ਰਲ ਜਾਂਦਾ। ਫਿਰ ਉਹ ਮਤਲਬ ਬਾਪੂ ਕਹਿੰਦਾ ਕੀ ਖੱਟਿਆ ਵਿੱਚ ਪਰਦੇਸਾਂ ਦੇ, ਸੁੱਖ ਗਵਾ ਲਿਆ ਆਪਣਾ, ਡਾਲਰ ਜ਼ਰੂਰ ਕਮਾ ਲਏ ਨੇ ਪਰ ਪੁੱਤ ਗਵਾ ਲਿਆ ਆਪਣਾ। ਉਹ ਗੁਰੀ ਸੁੱਖ ਨਾ ਜੀ ਦੇ ਹੋਣ ਵੇਲੇ ਮੁੱਠੀ ਭਰ ਦੌਲਤ ਵੰਡੀ ਸੀ, ਇਹੋ ਜੇ ਪੁੱਤ ਤੋਂ ਕੀ ਲੈਣਾ ਰੱਬਾ, ਧੀ ਦਿੰਦਾ ਤਾਂ ਚੰਗੀ ਸੀ। ਬਹੁਤ ਖੂਬ ਜੀ।